कह रहे हो कि काफ़ी लंबे समय तो लाइक 30 तरीक ਤੋਂ ਇੱਥੇ ਬੈਠੇ ਹੋ ਤੇ ਹਜੇ ਤੱਕ ਤੁਹਾਡੇ ਤੱਕ ਕੋਈ ਅਪਰੋਚ ਨਹੀਂ ਕੀਤੀ ਗਈ ਸਰਕਾਰੀ ਨੁਮਾਇੰਦਿਆਂ ਦੇ ਵੱਲੋਂ ਤੇ ਨਾ ਹੀ ਸਰਕਾਰ ਕਿਤੇ ਨਾ ਕਿਤੇ ਟਸ ਤੋਂ ਮਸ ਹੁੰਦੀ ਨਜ਼ਰ ਆ ਰਹੀ ਹੈ ਤੇ ਤੁਹਾਨੂੰ ਇਹ ਲੱਗਦਾ ਹੈ ਵੀ ਹੁਣ ਅੰਦੋਲਨ ਤੇ ਧਰਨੇ ਅੱਗੇ ਜਾਰੀ ਰੱਖਣੇ ਚਾਹੀਦੇ ਨੇ ਜਾਂ ਫਿਰ ਇਹਨਾਂ ਦਾ ਕੋਈ ਨਤੀਜਾ ਨਿਕਲੇਗਾ ਅੰਦੋਲਨ ਜਾਰੀ ਰੱਖਣ ਦਾ? ਇਹ ਸਾਡੇ ਤੇ ਗੋਲੀਆਂ ਵੀ ਮਾਰ ਸਕਦੇ ਨੇ, ਸਾਡੇ ਤੇ ਲਾਠੀ ਚਾਰਜ ਵੀ ਕਰ ਸਕਦੇ ਨੇ, ਜਿਵੇਂ ਸਾਡਾ ਪਿਛਲੇ ਇਹਨਾਂ ਨੇ ਨੌਜਵਾਨਾਂ ਨੂੰ ਮਾਰਿਆ, ਇਹ ਕੁਝ ਵੀ ਕਰ ਸਕਦੇ ਨੇ। ਪਰ ਜਿਹੜਾ ਸੰਘਰਸ਼ ਆ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ, ਇਹ ਸੰਘਰਸ਼ ਨੂੰ ਆਪਾਂ ਨੂੰ ਵੱਡੇ ਲੈਵਲ ਤੇ ਲੈ ਕੇ ਜਾਣਾ, ਤਾਂ ਜਾ ਕੇ ਦਿੱਲੀ ਹਿੱਟੂਗੀ। ਦਿੱਲੀ ਹਿਲਾਉਣੀ ਪੈਣੀ ਆ, ਦਿੱਲੀ ਹਿਲਾਏ ਬਿਨਾਂ ਗੱਲ ਨਹੀਂ ਚੱਲਣੀ। ਅਗਲੀ ਰਣਨੀਤੀ ਕੀ ਹੋਏਗੀ ਹੁਣ ਸ਼੍ਰੋਮਣੀ ਅਕਾਲੀ ਦਲ ਮਾਨ? ਅਗਲੀ ਰਣਨੀਤੀ ਬਿਲਕੁਲ ਕਲੀਅਰ ਆ। ਅਸੀਂ ਦਿੱਲੀ ਨੂੰ ਵੀ ਜਾਵਾਂਗੇ, ਕੂਚ ਕਰਾਂਗੇ, ਪਾਰਲੀਮੈਂਟ ਹਾਊਸ ਦਾ ਘਿਰਾਓ ਕਰਾਂਗੇ, ਰਾਸ਼ਟਰਪਤੀ ਹਾਊਸ ਦਾ ਘਿਰਾਓ ਕਰਾਂਗੇ। ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਸ਼ੰਭੂ ਜਿਹੜਾ ਬਾਰਡਰ ਆ ਬਿਲਕੁਲ ਬੰਦ ਕਰ ਦੇਣਾ। ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਇੱਥੇ ਬਾਰਡਰ ਤੇ ਪਹੁੰਚੋ, ਬਿਲਕੁਲ ਬੰਦ ਕਰ ਦਿਓ। ਦਿੱਲੀ ਦਾ ਪਾਣੀ ਬੰਦ, ਦਿੱਲੀ ਦਾ ਖਾਣਾ ਬੰਦ, ਬਿਲਕੁਲ ਬੰਦ ਕਰ ਦਿਓ। ਬਾਈਕਾਟ ਕਰ ਦਿਓ ਦਿੱਲੀ ਦਾ। ਜਿੰਨਾ ਚਿਰ ਤੱਕ ਦਿੱਲੀ ਦਾ ਬਾਈਕਾਟ ਨਹੀਂ ਹੁੰਦਾ, ਸਾਡੇ ਮਸਲੇ ਨਹੀਂ ਹੱਲ ਹੋਣੇ। ਸਿਮਰਜੀਤ ਸਿੰਘ ਮਾਨ ਇੱਥੇ ਆਪ ਖੁਦ ਹਾਜ਼ਰ ਹੋਏ ਨੇ, ਉਹਨਾਂ ਨੇ ਸੰਬੋਧਨ ਕੀਤਾ ਇਸ ਸਟੇਜ ਤੋਂ। ਸਰਦਾਰ ਸਿਮਰਨਜੀਤ ਸਿੰਘ ਮਾਨ ਥੋੜੇ ਬਿਮਾਰ ਚੱਲ ਰਹੇ ਨੇ ਤੇ ਉਹ ਰੈਸਟ ਤੇ ਨੇ। ਵਿਧਾਨ ਸਭਾ ਦੇ ਵਿੱਚ ਬੈਠ ਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਪਾਉਂਦੇ, ਹਜੇ ਤੱਕ ਰੱਦ ਕਰਨ ਦਾ ਮਤਾ ਹੀ ਨਹੀਂ ਪਾ ਰਿਹਾ। ਬੈਂਸ ਭਰਾ ਨੇ ਉਹ ਕਦੇ ਪੱਗ ਲਾ ਲੈਂਦੇ ਨੇ, ਕਦੇ ਪਜਾਮਾ ਲਾ ਲੈਂਦੇ ਨੇ, ਵਿਧਾਨ ਸਭਾ ਦੇ ਚੋਂ ਬਾਹਰ ਰਹਿੰਦੇ ਨੇ, ਬਾਹਰ ਉੱਥੇ ਧੱਕਾ ਮੁੱਕੀ ਹੁੰਦੀ ਆ ਤੇ ਮੀਡੀਆ ਦੇ ਵਿੱਚ ਆਉਣ ਲਈ ਸਟੰਟ ਖੇਡਦੇ ਨੇ। ਐਕਚੁਅਲ ਜਿਹੜੀ ਹਿੰਦੂ ਹਕੂਮਤ ਹੈ ਦੇਸ਼ ਦੀ, ਉਹ ਚਾਹੁੰਦੀ ਆ ਵੀ ਖੇਤੀ ਸੈਕਟਰ ਨੂੰ ਤਬਾਹ ਕਰ ਦਈਏ। ਜਦੋਂ ਦੇਸ਼ ਦੀ ਆਰਥਿਕਤਾ ਸਾਰੇ ਪੱਖਾਂ ਤੋਂ ਤਬਾਹ ਹੋਊਗੀ, ਉਦੋਂ ਫਿਰ ਕੀ ਹੋਊਗਾ? ਦੇਸ਼ ਦੇ ਵਿੱਚ ਖਾਨਾ ਜੰਗੀ ਫੈਲੂਗੀ। ਫਿਰ ਇਹ ਦੇਸ਼ ਦੀ ਜਿਹੜੀ ਮਤਲਬ ਆਈਡੀਓਲੋਜੀ ਹੈ, ਹਿੰਦੂ ਆਈਡੀਓਲੋਜੀ, ਅੱਜ ਸੈਂਟਰ ਦੀ ਗਵਰਨਮੈਂਟ ਉਹ ਚਾਹੁੰਦੀ ਹੈ ਕਿ ਜਦੋਂ ਦੰਗੇ ਭੜਕਣ, ਖਾਨਾ ਜੰਗੀ ਫੈਲੇ, ਅਸੀਂ ਐਮਰਜੈਂਸੀ ਲਾ ਕੇ ਹਿੰਦੂ ਰਾਸ਼ਟਰ ਦਾ ਐਲਾਨ ਕਰ ਦਈਏ। ਇੱਕ ਪਾਸੇ ਜਿੱਥੇ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਨੌਜਵਾਨਾਂ ਦੇ ਵੱਲੋਂ ਪੱਕਾ ਮੋਰਚਾ ਲਾਇਆ ਗਿਆ ਖੇਤੀ ਕਾਨੂੰਨਾਂ ਨੂੰ ਲੈ ਕੇ, ਖੇਤੀ ਕਾਨੂੰਨਾਂ ਦੇ ਖਿਲਾਫ ਇੱਕ ਅੰਦੋਲਨ ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਗਈ ਹੈ, ਉੱਥੇ ਦੂਜੇ ਪਾਸੇ ਸਿਆਸੀ ਪਾਰਟੀਆਂ ਦੇ ਵੱਲੋਂ ਵੀ ਸ਼੍ਰੋਮਣੀ ਅਕਾਲੀ ਦਲ ਮਾਨ ਅੰਮ੍ਰਿਤਸਰ ਦੇ ਵੱਲੋਂ ਵੀ ਇੱਥੇ ਪੱਕਾ ਮੋਰਚਾ ਲਗਾਇਆ ਗਿਆ, ਜਿਹੜੀ ਕਿ 30 ਤਰੀਕ ਤੋਂ ਇੱਥੇ ਮੋਰਚੇ ਤੇ ਬੈਠੇ ਨੇ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਮੀਤ ਪ੍ਰਧਾਨ ਵਰਿੰਦਰ ਸਿੰਘ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਰ, ਤੁਸੀਂ ਜਿੱਦਾਂ ਦੱਸਿਆ ਕਿ 30 ਤਰੀਕ ਤੋਂ ਇਸ ਮੋਰਚੇ ਤੇ ਬੈਠੇ ਹੋ ਤੇ ਕਿਹਨਾਂ ਜਥੇਬੰਦੀਆਂ ਦੀ ਤੁਹਾਨੂੰ ਹੋਰ ਸਪੋਰਟ ਮਿਲੀ ਹੈ? ਅਸੀਂ ਜਦੋਂ ਇਸ ਮੋਰਚੇ ਦੇ ਵਿੱਚ ਬੈਠੇ ਆ, ਉਸ ਟਾਈਮ ਅਸੀਂ ਸਾਰੇ ਜਿਹੜੀਆਂ ਪੰਜਾਬ ਦੀਆਂ 31 ਕਿਸਾਨ ਯੂਨੀਅਨਾਂ ਨੇ ਉਹਨਾਂ ਨੂੰ ਅਪੀਲ ਕੀਤੀ ਆ, ਨੌਜਵਾਨਾਂ ਨੂੰ ਲਈ ਅਪੀਲ ਕੀਤੀ ਆ, ਸਾਰੀਆਂ ਕਿਸਾਨਾਂ ਦੇ ਨਾਲ ਦਰਦ ਰੱਖਣ ਵਾਲੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਆ। ਇਹ ਜਿਹੜਾ ਮੋਰਚਾ ਹੈ ਇਹ ਸਭ ਦਾ ਸਾਂਝਾ ਮੋਰਚਾ, ਇੱਥੇ ਕੋਈ ਵੀ ਆ ਸਕਦਾ। ਅਸੀਂ ਤੁਹਾਡੇ ਚੈਨਲ ਦੇ ਥਰੂ ਵੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਜਾਵੇ, ਕਿਉਂਕਿ ਸ਼ੰਭੂ ਬਾਰਡਰ ਤੋਂ ਹੀ ਬੈਠ ਕੇ ਜਿਹੜੇ ਕਾਲੇ ਕਾਨੂੰਨ 3 ਪਾਸ ਕੀਤੇ ਨੇ ਉਹਨਾਂ ਨੂੰ ਆਪਾਂ ਰੱਦ ਕਰਵਾ ਸਕਦੇ ਹਾਂ। ਕਿਉਂਕਿ ਜਿੰਨਾ ਚਿਰ ਤੱਕ ਆਪਾਂ ਦਿੱਲੀ ਦੀ ਨਸ ਨਹੀਂ ਨਾ ਦੱਬਾਂਗੇ, ਨਸ ਤੇ ਜਿਵੇਂ ਆਪਾਂ ਕਹਿੰਦੇ ਹਾਂ ਸੰਗੀ ਘੁੱਟ ਦੀਏ ਤੇ ਸਾਹ ਬੰਦ ਕਰਨ ਵਾਲੀ ਗੱਲ ਆ, ਸੋ ਇੱਥੇ ਬੈਠ ਕੇ ਆਪਾਂ ਨੂੰ ਦਿੱਲੀ ਦਾ ਸਾਹ ਬੰਦ ਕਰਨਾ ਪੈਣਾ, ਸੰਗੀ ਘੁੱਟਣੀ ਪੈਣੀ ਆ। ਸੋ ਤੁਸੀਂ ਇੰਨੇ ਦਿਨ ਦੇ ਇੱਥੇ ਬੈਠੇ ਹੋ, ਤੁਸੀਂ 30 ਤਰੀਕ ਤੱਕ ਦੱਸਿਆ ਕਿ 30 ਸਤੰਬਰ ਤੋਂ ਇੱਥੇ ਧਰਨਾ ਲਗਾਇਆ ਹੋਇਆ, ਤੇ ਉਹਦਾ ਕੋਈ ਤੁਹਾਨੂੰ ਹੁਣ ਤੱਕ ਫਰਕ ਦਿਖਿਆ ਜਾਂ ਕੋਈ ਅਪਰੋਚ ਹੋਈ ਜਾਂ ਕਿਤੇ ਨਾ ਕਿਤੇ ਸਰਕਾਰ ਦੀ ਜਿਹੜੀ ਟਸ ਤੋਂ ਮਸ ਹੁੰਦੀ ਦਿਖਾਈ ਦਿੱਤੀ? ਦੇਖੋ ਜਿਹੜੀਆਂ ਸਰਕਾਰਾਂ ਨੇ ਇਹਨਾਂ ਦਾ ਸ਼ੁਰੂ ਤੋਂ ਸੁਭਾਅ ਰਿਹਾ, ਖਾਸ ਕਰਕੇ ਪੰਜਾਬ ਦੇ ਪ੍ਰਤੀ, ਚਾਹੇ ਪਾਣੀਆਂ ਦੀ ਗੱਲ ਹੋਵੇ, ਚਾਹੇ ਪੰਜਾਬੀ ਭਾਸ਼ਾ ਦੀ ਗੱਲ ਹੋਵੇ, ਚਾਹੇ ਚੰਡੀਗੜ੍ਹ ਦੀ ਗੱਲ ਹੋਵੇ, ਚਾਹੇ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੋਵੇ, ਸਾਨੂੰ ਜਿਹੜਾ ਇਨਸਾਫ ਆ ਉਹ ਇੰਨੀ ਛੇਤੀ ਨਹੀਂ ਮਿਲ ਸਕਦਾ। ਜੇ ਸਾਨੂੰ ਇੰਨੀ ਛੇਤੀ ਇਨਸਾਫ ਮਿਲਦੇ ਹੁੰਦੇ ਫਿਰ ਸਾਨੂੰ ਅੱਜ ਸੜਕਾਂ 'ਤੇ ਥੋੜ੍ਹੀ ਰੋਲਣਾ ਪੈਣਾ ਸੀ। ਸਾਡਾ ਪਿਛਲਾ ਜਿਹੜਾ ਇਤਿਹਾਸ ਆ 1947 ਤੋਂ ਬਾਅਦ, ਜਦੋਂ ਅਸੀਂ ਹਿੰਦੁਸਤਾਨ ਦੇ ਵਿੱਚ ਜਿਹੜਾ ਸਾਡੇ ਲੀਡਰਾਂ ਨੇ ਸਾਨੂੰ ਗੁਲਾਮੀ ਜਿਹੜੀ ਲੈ ਕੇ ਦਿੱਤੀ ਆ ਮੁੱਲ, ਅਸੀਂ 1947 ਤੋਂ ਹੀ ਇੱਥੇ ਸੰਘਰਸ਼ ਕਰਦੇ ਆ ਰਹੇ ਹਾਂ। ਜਿਹੜੀ ਗੱਲ ਤੁਸੀਂ ਕੀਤੀ ਆ, ਹਜੇ ਤੱਕ ਤਾਂ ਮੋਦੀ ਦੀ ਕੰਨ ਤੇ ਜੂੰ ਵੀ ਨਹੀਂ ਸਰਕੀ ਹੈਗੀ, ਹਜੇ ਤਾਂ ਉਹਨੂੰ ਬਿਲਕੁਲ ਵੀ ਇਸ ਗੱਲ ਦਾ ਇਲਮ ਨਹੀਂ ਹੋਇਆ ਕਿ ਜਿਹੜੇ ਪੰਜਾਬ ਦੇ ਲੋਕ ਨੇ ਜਾਂ ਪੂਰੇ ਦੇਸ਼ ਦੇ ਜਿਹੜੇ ਕਿਸਾਨ ਨੇ, ਉਹਨਾਂ ਦੀ ਜਿਹੜੀ ਸਥਿਤੀ ਆ, ਜਿਹੜੀ ਉਹਨਾਂ ਦੀ ਆਰਥਿਕ ਆ, ਉਹ ਇਹਨਾਂ ਕਾਲੇ ਕਾਨੂੰਨਾਂ ਨਾਲ ਡਾਮਾਡੋਲ ਹੋ ਜਾਣੀ ਆ। ਬਿਲਕੁਲ ਨਹੀਂ ਮੋਦੀ ਦੇ ਤੇ ਕੋਈ ਅਸਰ ਹੋਇਆ। ਤੁਸੀਂ ਖੁਦ ਇੱਕ ਸਿਆਸੀ ਪਾਰਟੀ ਦੀ ਜਿਹੜੀ ਨੁਮਾਇੰਦਗੀ ਕਰ ਰਹੇ ਹੋ, ਸ਼੍ਰੋਮਣੀ ਅਕਾਲੀ ਦਲ ਮਾਨ ਦੀ, ਤੇ ਸਿਮਰਨਜੀਤ ਸਿੰਘ ਮਾਨ ਦਾ ਸਿਆਸਤ ਦੇ ਵਿੱਚ ਉੱਚਾ ਨਾਮ ਹੈ, ਕਿ ਉਹਨਾਂ ਦੇ ਵੱਲੋਂ ਆਪਣੇ ਪੱਧਰ ਤੇ ਕੋਈ ਅਪਰੋਚ ਕੀਤੀ ਗਈ ਹੋਵੇ ਕੇਂਦਰ ਸਰਕਾਰ ਤੱਕ? ਦੇਖੋ ਜੀ, ਕੇਂਦਰ ਸਰਕਾਰ ਜੇ ਅਪਰੋਚ ਵਾਲੀ ਜਿਹੜੀ ਤੁਸੀਂ ਗੱਲ ਕਰਦੇ ਹੋ, ਜੇ ਅਪਰੋਚ ਕੇਂਦਰ ਸਰਕਾਰ ਨੇ ਬਿੱਲ ਨੇ ਜਿਹੜੇ ਜੇ ਲੋਕਾਂ ਨੂੰ ਭਰੋਸੇ ਵਿੱਚ ਲੈ ਕੇ ਬਣਾਉਣੇ ਹੁੰਦੇ ਫੇਰ ਹੀ ਕੋਈ ਗੱਲ ਹੋ ਸਕਦੀ ਸੀਗੀ। ਸਾਡਾ ਜਿਹੜਾ ਲੀਗਲ ਵਿੰਗ ਆ
ਪੈਨਲ ਆ ਵਕੀਲਾਂ ਦਾ, ਉਹ ਇਸ ਕੰਮ ਤੇ ਸਾਰਾ ਵਰਕ ਕਰ ਰਹੇ ਆ। ਅਸੀਂ ਅਗਲੀ ਰਣਨੀਤੀ ਕੀ ਕਰਨੀ ਆ, ਕਾਨੂੰਨਿਕ ਰਣਨੀਤੀ ਕੀ ਕਰਨੀ ਆ, ਧਰਨਿਆਂ ਦੀ ਕੀ ਰਣਨੀਤੀ ਲੈਣੀ ਆ। ਸੋ ਹਾਲੇ ਤੱਕ ਤਾਂ ਸਾਡੇ ਤੱਕ ਨਾ ਕਿਸੇ ਸਿਆਸੀ ਪਾਰਟੀ ਨੇ, ਬੀਜੇਪੀ ਦੇ ਕਿਸੇ ਨੁਮਾਇੰਦੇ ਨੇ ਜਾਂ ਹੋਰ ਕਿਸੇ ਨੇ ਸਾਡੇ ਤੱਕ ਕੋਈ ਪਹੁੰਚ ਨਹੀਂ ਕੀਤੀ। ਹਾਂ, ਇੱਕ ਇਹਨਾਂ ਨੇ ਮੀਟਿੰਗ ਜ਼ਰੂਰ ਸੱਦੀ ਸੀਗੀ ਦਿੱਲੀ ਕਿਸਾਨ ਜਥੇਬੰਦੀਆਂ ਦੀ, ਪਰ ਉਹਨਾਂ ਦੇ ਵਿੱਚ ਇਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਜਿਹੜੇ ਬਿੱਲ ਨੇ ਇਹਨਾਂ ਨੂੰ ਰੱਦ ਕਰਾਂਗੇ। ਉਹਨਾਂ ਦੇ ਵਿੱਚ ਇਹ ਗੱਲ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਸੈਟੀਸਫਾਈ ਕਰ ਦਾਂਗੇ, ਕਿ ਜਿਹੜੇ ਬਿੱਲ ਨੇ ਇਹਨਾਂ ਬਾਰੇ ਸਮਝਾ ਦਾਂਗੇ। ਸੋ ਜਿਹੜੀ ਉਹ ਮੀਟਿੰਗ ਸੀਗੀ ਉਹਦਾ ਬਾਈਕਾਟ ਕਰ ਦਿੱਤਾ। ਉੱਥੇ ਕੋਈ ਵੀ ਕਿਸਾਨ ਯੂਨੀਅਨ ਦਾ, ਕਿਸੇ ਵੀ ਕਿਸਾਨ ਯੂਨੀਅਨ ਦਾ ਕੋਈ ਵੀ ਲੀਡਰ ਨਹੀਂ ਉੱਥੇ ਪਹੁੰਚਿਆ। ਉਹਦਾ ਬਾਈਕਾਟ ਪਿਛਲੇ 2-3 ਦਿਨ ਪਹਿਲਾਂ ਦੀ ਗੱਲ ਹੈ ਜੀ। ਤੇ ਸਿਮਰਜੀਤ ਸਿੰਘ ਮਾਨ ਇੱਥੇ ਆਪ ਖੁਦ ਹਾਜ਼ਰ ਹੋਏ ਨੇ, ਉਹਨਾਂ ਨੇ ਸੰਬੋਧਨ ਕੀਤਾ ਇਸ ਸਟੇਜ ਤੋਂ। ਸਰਦਾਰ ਸਿਮਰਨਜੀਤ ਸਿੰਘ ਮਾਨ ਥੋੜੇ ਬਿਮਾਰ ਚੱਲ ਰਹੇ ਨੇ ਤੇ ਉਹ ਰੈਸਟ ਤੇ ਨੇ। ਬਾਕੀ ਜਿਹੜੀ ਸਾਡੀ ਪਾਰਟੀ ਦੀ ਜਿੰਨੀ ਵੀ ਲੀਡਰਸ਼ਿਪ ਆ, ਸੀਨੀਅਰ ਲੀਡਰਸ਼ਿਪ ਆ, ਉਹ ਇੱਥੇ ਪਹਿਰਾ ਦੇ ਰਹੀ ਆ। ਸਰਦਾਰ ਲਖਵੀਰ ਸਿੰਘ ਸੌਂਟੀ ਨੇ ਇਹ ਦਿਨ ਰਾਤ 24 ਘੰਟੇ ਇੱਥੇ ਸੇਵਾ ਕਰ ਰਹੇ ਨੇ। ਉਸ ਤੋਂ ਬਾਅਦ ਜਸਕਰਨ ਸਿੰਘ, ਕਾਰਨ ਸਿੰਘ ਵਾਲਾ ਜੀ ਨੇ, ਹਰਜੀਤ ਸਿੰਘ ਜੀ ਨੇ, ਜਾਂ ਹੋਰ ਲੀਡਰ ਨੇ ਸਾਡੇ, ਗੁਰਪ੍ਰੀਤ ਸਿੰਘ ਜੀ ਵੀ ਦਿਲਮਾ ਖੜੇ ਨੇ। ਸਾਰੇ ਜਿਹੜੇ ਸਾਡੀ ਸੀਨੀਅਰ ਲੀਡਰਸ਼ਿਪ ਆ, ਅਸੀਂ ਇੱਥੇ ਆਉਨੇ ਆ ਤੇ ਇੱਥੇ ਆ ਕੇ ਮੋਰਚੇ ਦੀ ਅਗਵਾਈ ਕਰਦੇ ਆ। ਉਸ ਤੋਂ ਜਿਸ ਦਿਨ ਇਹ ਮੋਰਚਾ ਸ਼ੁਰੂ ਹੋਇਆ ਉਸ ਦਿਨ ਸਾਡੇ ਯੂਥ ਦੇ ਸਰਪ੍ਰਸਤ ਸਰਦਾਰ ਇਮਾਨ ਸਿੰਘ ਮਾਨ, ਜੋ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਨੇ, ਉਹ ਵੀ ਇੱਥੇ ਆਏ ਸੀਗੇ ਤੇ ਕੱਲ ਸਾਡੇ ਕੁਸ਼ਲਪਾਲ ਸਿੰਘ ਮਾਨ ਜੀ ਵੀ ਇੱਥੇ ਆਏ ਸੀ। ਸੋ ਸਾਡੀ ਸਾਰੀ ਲੀਡਰਸ਼ਿਪ ਵਨ ਬਾਏ ਵਨ ਇੱਥੇ ਪਹੁੰਚ ਰਹੀ ਆ ਤੇ ਅਸੀਂ ਇਹ ਮੋਰਚੇ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਉਹ ਰਣਨੀਤੀ ਤਿਆਰ ਕਰ ਰਹੇ ਹਾਂ। ਪੰਜਾਬ ਦੀ ਸਿਆਸਤ ਤੋਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਬੇਹੱਦ ਖਫਾ ਨੇ, ਭਾਵੇਂ ਉਹ ਕਾਂਗਰਸ ਸਰਕਾਰ ਹੋਵੇ, ਭਾਵੇਂ ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਹੋਵੇ, ਤੇ ਤੁਸੀਂ ਵੀ ਇੱਕ ਜਿਹੜੀ ਸਿਆਸੀ ਪਾਰਟੀ ਹੈ ਉਹਨੂੰ ਬਿਲੋਂਗ ਕਰਦੇ ਹੋ। ਤੇ ਇਹ ਕਿਹਾ ਜਾ ਰਿਹਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿ ਇਸ ਮਸਲੇ ਤੇ ਜਿਹੜੇ ਸਿਆਸੀ ਆਗੂ ਅੱਗੇ ਆ ਰਹੇ ਨੇ ਉਹ ਸਿਰਫ ਸਿਆਸਤ ਕਰਨ ਆ ਰਹੇ ਨੇ, ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਮਕਸਦ ਹੈ ਉਹ ਵੋਟ ਬੈਂਕ ਨੂੰ ਵਸੂਲ ਕਰਨਾ ਹੈ। ਦੇਖੋ ਜੀ, ਇਹ ਗੱਲ ਕਹਿਣਾ, ਅਸੀਂ ਵੀ ਇੱਕ ਸਿਆਸੀ ਪਾਰਟੀ ਆ। ਜੇ ਮੈਂ ਇਹ ਗੱਲ ਕਹਾਂ ਕਿ ਅਸੀਂ ਸਿਆਸਤ ਨਹੀਂ ਕਰਨੀ, ਬਿਲਕੁਲ ਅਸੀਂ ਸਿਆਸਤ ਕਰਦੇ ਹਾਂ, ਪਰ ਅਸੀਂ ਸਿਆਸਤ ਕਰਦੇ ਹਾਂ ਮੀਰੀ ਪੀਰੀ ਦਾ ਜਿਹੜਾ ਸਿਧਾਂਤ ਆ ਉਹਦੇ ਤੇ। ਅਸੀਂ ਸਿਆਸਤ ਕਰਦੇ ਹਾਂ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਲਈ, ਅਸੀਂ ਸਿਆਸਤ ਕਰਦੇ ਹਾਂ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ, ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ, ਰਾਜਧਾਨੀ ਚੰਡੀਗੜ੍ਹ ਨੂੰ ਲੈਣ ਲਈ ਤੇ ਪੰਜਾਬੀ ਬੋਲਦੇ ਜਿਹੜੇ ਇਲਾਕੇ ਨੇ ਉਹਨਾਂ ਲਈ। ਅਸੀਂ ਸਿਆਸਤ ਕਰ ਰਹੇ ਹਾਂ ਪੰਜਾਬ ਦੇ ਹਿੱਤਾਂ ਲਈ। ਪਰ ਜਿਹੜੀਆਂ ਦੂਜੀ ਪਾਰਟੀਆਂ ਨੇ, ਜਿੰਨੀਆਂ ਹੈਗੀਆਂ ਨੇ, ਜਿਹਦੇ ਵਿੱਚ ਲੋਕ ਇਨਸਾਫ ਪਾਰਟੀ ਆ, ਬੈਂਸ ਭਰਾ ਹੋ ਗਏ, ਆਮ ਆਦਮੀ ਪਾਰਟੀ ਹੋ ਗਈ, ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਪਾਰਟੀ ਹੋ ਗਈ, ਕਾਂਗਰਸ ਪਾਰਟੀ ਹੋ ਗਈ, ਤੁਸੀਂ ਇਹਨਾਂ ਨੂੰ ਜਾ ਕੇ ਪੁੱਛੋ। 117 ਐਮਐਲਏ ਨੇ ਆਪਣੇ ਪੰਜਾਬ ਦੇ ਵਿੱਚ ਤੇ ਸਪੀਕਿੰਗ ਹਾਊਸ ਵਿਧਾਨ ਸਭਾ ਸਾਡਾ ਚੰਡੀਗੜ੍ਹ ਆ। ਇਹ ਸਾਰੇ ਰੋਡਾਂ ਦੇ ਉੱਤੇ ਖੇਡ ਰਹੇ ਨੇ, ਕੋਈ ਧਰਨੇ ਕਰ ਰਿਹਾ, ਕੋਈ ਟਰੈਕਟਰ ਰੈਲੀਆਂ ਕਰ ਰਿਹਾ। ਰਾਹੁਲ ਗਾਂਧੀ ਦਿੱਲੀ ਛੱਡ ਕੇ ਪੰਜਾਬ ਦੇ ਵਿੱਚ ਟਰੈਕਟਰ ਰੈਲੀਆਂ ਕਰ ਰਿਹਾ। ਪਾਰਲੀਮੈਂਟ ਹਾਊਸ ਦਿੱਲੀ ਦੇ ਵਿੱਚ, ਰਾਸ਼ਟਰਪਤੀ ਹਾਊਸ ਦਿੱਲੀ ਦੇ ਵਿੱਚ, ਤੇ ਕੇਜਰੀਵਾਲ ਸਾਹਿਬ ਦਿੱਲੀ ਬੈਠੇ ਨੇ। ਆਮ ਆਦਮੀ ਪਾਰਟੀ ਇੱਥੇ ਨਾਟਕ ਕਰ ਰਹੀ ਆ। ਹਜੇ ਤੱਕ ਇਹਦਾ ਜਿਹੜਾ ਦਿੱਲੀ ਦੇ ਲੀਡਰਾਂ ਨੇ, ਇਹਨਾਂ ਨੇ ਕਿਉਂ ਨਹੀਂ ਉੱਥੇ ਦਿੱਲੀ ਜਾ ਕੇ ਕੋਈ ਪ੍ਰੋਟੈਸਟ ਕੀਤਾ? ਕਿਉਂ ਨਹੀਂ ਇਹਨਾਂ ਨੇ ਰਾਸ਼ਟਰਪਤੀ ਦਾ ਘਿਰਾਓ ਕੀਤਾ? ਕਿਉਂ ਨਹੀਂ ਇਹਨਾਂ ਨੇ ਪਾਰਲੀਮੈਂਟ ਦਾ ਘਿਰਾਓ ਕੀਤਾ? ਕਿਉਂਕਿ ਪੰਜਾਬ ਦੇ ਲੋਕਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ, ਜਿਹੜੇ ਆ ਸਿਆਸੀ ਪਾਰਟੀਆਂ ਨੇ ਇਹ ਕਿਸਾਨੀ ਮੁੱਦਿਆਂ ਦੇ ਉੱਤੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੀਆਂ ਨੇ। ਜੇ ਇਹਨਾਂ ਦੇ ਵਿੱਚ ਦਰਦ ਹੁੰਦਾ, ਪੰਜਾਬ ਦੇ ਕਿਸਾਨਾਂ ਲਈ ਦਰਦ ਹੁੰਦਾ, ਤਾਂ ਪੰਜਾਬ ਦੇ 117 ਐਮਐਲਏਜ਼ ਵਿਧਾਨ ਸਭਾ ਦੇ ਵਿੱਚ ਬੈਠ ਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਪਾਉਂਦੇ। ਹਜੇ ਤੱਕ ਰੱਦ ਕਰਨ ਦਾ ਮਤਾ ਹੀ ਨਹੀਂ ਪਾ ਰਿਹਾ। ਬੈਂਸ ਭਰਾ ਨੇ, ਉਹ ਕਦੇ ਪੱਗ ਲਾ ਲੈਂਦੇ ਨੇ, ਕਦੇ ਪਜਾਮਾ ਲਾ ਲੈਂਦੇ ਨੇ, ਵਿਧਾਨ ਸਭਾ ਦੇ ਤੋਂ ਬਾਹਰ ਰਹਿੰਦੇ ਨੇ, ਬਾਹਰ ਉੱਥੇ ਧੱਕਾ ਮੁੱਕੀ ਹੁੰਦੀ ਆ ਤੇ ਮੀਡੀਆ ਦੇ ਵਿੱਚ ਆਉਣ ਲਈ ਸਟੰਟ ਖੇਡਦੇ ਨੇ। ਸੋ ਜਿਹੜੀ ਗੱਲ ਤੁਸੀਂ ਕੀਤੀ ਆ, ਬਿਲਕੁਲ ਇਹ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ। ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇੱਕ ਇਤਿਹਾਸ ਰਿਹਾ। ਸਾਡੇ ਪ੍ਰਧਾਨ ਸਾਹਿਬ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦੇ ਹਿੱਤਾਂ ਲਈ ਤੇ ਸਿੱਖ ਕੌਮ ਦੇ ਲਈ ਪਹਿਲਾਂ ਆਪਣਾ ਡੀਆਈਜੀ ਦਾ ਅਹੁਦਾ ਛੱਡਿਆ। ਫਿਰ 1999 ਦੇ ਵਿੱਚ ਜਦੋਂ ਸਿੱਖਾਂ ਦੀ ਹੋਂਦ ਨੂੰ ਖਤਮ ਕਰਨ ਲੱਗੀ ਹੋਈ ਸੀ ਸੈਂਟਰ ਸਰਕਾਰ, ਉਦੋਂ ਉਹਨਾਂ ਨੇ ਐਮਪੀ ਦਾ ਜਿਹੜਾ ਅਹੁਦਾ ਉਹਨੂੰ ਲੱਤ ਮਾਰੀ। ਉਸ ਤੋਂ ਬਾਅਦ ਮਾਨ ਸਾਹਿਬ ਨੇ ਜਦੋਂ 1999 ਤੋਂ 4 ਤੱਕ ਉਹ ਐਮਪੀ ਰਹੇ ਨੇ, ਤਾਂ ਪਾਰਲੀਮੈਂਟ ਦੇ ਵਿੱਚ ਉਹ ਬੋਲੇ ਨੇ, ਪੰਜਾਬ ਦੇ ਹੱਕਾਂ ਲਈ ਬੋਲੇ ਨੇ। ਅੱਜ ਤੱਕ ਕੋਈ ਪੰਜਾਬ ਦਾ ਐਮਪੀ ਨਹੀਂ ਬੋਲਿਆ ਜਾ ਕੇ ਉੱਥੇ। ਸੋ ਅਸੀਂ ਸਿਆਸਤ ਕਰ ਰਹੇ ਹਾਂ, ਪਰ ਅਸੀਂ ਸਿਆਸਤ ਕਰ ਰਹੇ ਹਾਂ ਪੰਜਾਬ ਨੂੰ ਬਚਾਉਣ ਲਈ, ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ। ਜੇ ਤੁਸੀਂ 117 ਐਮਐਲਏ ਨੂੰ ਸਵਾਲ ਜ਼ਰੂਰ ਕਰੋ ਕਿ ਉਹਨਾਂ ਕੋਲ ਜਦੋਂ ਪਾਵਰ ਆ, ਜਦੋਂ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਆ, ਕਿ ਉਹ ਇਹਨਾਂ ਬਿੱਲਾਂ ਨੂੰ ਰੱਦ ਕਿਉਂ ਨਹੀਂ ਕਰਦੇ, ਇਹਨਾਂ ਨੂੰ ਰੱਦ ਕਿਉਂ ਨਹੀਂ ਕਰਦੇ ਵਿਧਾਨ ਸਭਾ ਦੇ ਵਿੱਚ, ਇਹ ਤੁਸੀਂ ਉਹਨਾਂ ਨੂੰ ਪੁੱਛੋ ਜਾ ਕੇ ਜੀ। ਤੁਸੀਂ ਕਹਿ ਰਹੇ ਹੋ ਕਿ ਕਾਫੀ ਲੰਮੇ ਸਮੇਂ ਤੋਂ 30 ਤਰੀਕ ਤੋਂ ਇੱਥੇ ਬੈਠੇ ਹੋ ਤੇ ਹਜੇ ਤੱਕ ਤੁਹਾਡੇ ਤੱਕ ਕੋਈ ਅਪਰੋਚ ਨਹੀਂ ਕੀਤੀ ਗਈ ਸਰਕਾਰੀ ਨੁਮਾਇੰਦਿਆਂ ਦੇ ਵੱਲੋਂ, ਤੇ ਨਾ ਹੀ ਸਰਕਾਰ ਕਿਤੇ ਨਾ ਕਿਤੇ ਟਸ ਤੋਂ ਮਸ ਹੁੰਦੀ ਨਜ਼ਰ ਆ ਰਹੀ ਹੈ। ਤੇ ਤੁਹਾਨੂੰ ਇਹ ਲੱਗਦਾ ਹੈ ਵੀ ਹੁਣ ਅੰਦੋਲਨ ਤੇ ਧਰਨੇ ਅੱਗੇ ਜਾਰੀ ਰੱਖਣੇ ਚਾਹੀਦੇ ਨੇ, ਜਾਂ ਫਿਰ ਇਹਨਾਂ ਦਾ ਕੋਈ ਨਤੀਜਾ ਨਿਕਲੇਗਾ ਅੰਦੋਲਨ ਜਾਰੀ ਰੱਖਣ ਦਾ? ਦੇਖੋ, ਮੈਂ ਤੁਹਾਨੂੰ ਇੱਕ ਗੱਲ ਕਲੀਅਰ ਪਹਿਲਾਂ ਵੀ ਦੱਸੀ ਆ ਕਿ ਪੰਜਾਬ ਨੂੰ ਇੰਨੇ ਸੌਖੇ ਇਨਸਾਫ ਨਹੀਂ ਮਿਲੇ।
ਪੰਜਾਬ ਨੂੰ ਆਪਣੇ ਹੱਕ ਲੈਣ ਲਈ ਪਹਿਲੀ ਗੱਲ ਤਾਂ ਅੱਜ 1947 ਤੋਂ ਲੈ ਕੇ ਹੁਣ ਤੱਕ ਪੰਜਾਬ ਨੂੰ ਕੋਈ ਬਣਦਾ ਹੱਕ ਹੀ ਨਹੀਂ ਮਿਲਿਆ। ਜੇ ਪੰਜਾਬ ਦੇ ਨਾਲ ਹਿੰਦ ਹਕੂਮਤ ਜਾਂ ਭਾਰਤ ਦੀ ਸਰਕਾਰ ਇਹਨੂੰ ਆਪਣਾ ਹਿੱਸਾ, ਜਿਹੜੀ ਦਿੱਲੀ ਆ ਨਾ, ਦਿੱਲੀ ਉਹਨੂੰ ਪੰਜਾਬ ਨਾਲ ਪਿਆਰ ਆ, ਪੰਜਾਬ ਦੀ ਜਿਹੜੀ ਲੈਂਡ ਆ ਨਾ ਉਹਦੇ ਨਾਲ ਪਿਆਰ ਆ, ਪਰ ਪੰਜਾਬੀਆਂ ਨਾਲ ਨਹੀਂ ਪਿਆਰ। ਉਹ ਪੰਜਾਬ ਦੀ ਜਿਹੜੀ ਜ਼ਮੀਨ ਆ ਉਹਨੂੰ ਆਪਣੇ ਹੱਥ ਸਾਤੋਂ ਖੋਹਣਾ ਚਾਹੁੰਦੀ ਆ, ਪੰਜਾਬੀਆਂ ਨਾਲ ਨਹੀਂ ਉਹਨਾਂ ਦਾ ਕੋਈ ਲੈਣਾ ਦੇਣਾ ਹੈਗਾ। ਸੋ ਜੇ ਉਹਨਾਂ ਨੂੰ ਪਿਆਰ ਹੁੰਦਾ ਤਾਂ ਸਾਡਾ ਪਾਣੀ ਖੋਹ ਕੇ ਦੂਜੀਆਂ ਸਟੇਟਾਂ ਨੂੰ ਉਹਨਾਂ ਦਿੱਤਾ ਜਾਂਦਾ, ਸਾਡੀ ਭਾਸ਼ਾ ਤੇ ਨਾ ਹਮਲੇ ਹੁੰਦੇ, ਸਾਡੀ ਰਾਜਧਾਨੀ ਚੰਡੀਗੜ੍ਹ ਨੂੰ ਨਾ ਉਹ ਖੋਇਆ ਜਾਂਦਾ। ਸੋ ਜਿਹੜੀ ਗੱਲ ਤੁਸੀਂ ਕਰਦੇ ਹੋ ਵੀ ਇੰਨਾ ਸੌਖਾ ਵੀ ਥੋੜਾ ਜਿਹਾ ਲੰਬਾ ਸੰਘਰਸ਼ ਕਰਕੇ, ਬਿਲਕੁਲ ਨਹੀਂ। ਇਹ ਸਾਡੇ ਤੇ ਗੋਲੀਆਂ ਵੀ ਮਾਰ ਸਕਦੇ ਨੇ, ਸਾਡੇ ਤੇ ਲਾਠੀ ਚਾਰਜ ਵੀ ਕਰ ਸਕਦੇ ਨੇ, ਜਿਵੇਂ ਜਿਵੇਂ ਸਾਡਾ ਪਿਛਲੇ ਇਹਨਾਂ ਨੇ ਨੌਜਵਾਨਾਂ ਨੂੰ ਮਾਰਿਆ, ਇਹ ਕੁਝ ਵੀ ਕਰ ਸਕਦੇ ਨੇ। ਪਰ ਜਿਹੜਾ ਸੰਘਰਸ਼ ਆ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ, ਇਹ ਸੰਘਰਸ਼ ਨੂੰ ਆਪਾਂ ਨੂੰ ਵੱਡੇ ਲੈਵਲ ਤੇ ਲੈ ਕੇ ਜਾਣਾ, ਤਾਂ ਜਾ ਕੇ ਦਿੱਲੀ ਹਿਟੂਗੀ। ਦਿੱਲੀ ਹਿਲਾਉਣੀ ਪੈਣੀ ਆ, ਦਿੱਲੀ ਹਿਲਾਏ ਬਿਨਾਂ ਗੱਲ ਨਹੀਂ ਚੱਲਣੀ, ਕਿਉਂਕਿ ਦਿੱਲੀ ਸਾਨੂੰ ਅੱਖਾਂ ਦਿਖਾ ਰਹੀ ਆ ਹੁਣ ਖੜੀ ਹੋ ਕੇ ਕਿ ਪੰਜਾਬੀਓ ਅਸੀਂ ਤੁਹਾਨੂੰ ਮਸਲ ਦੇਣਾ। ਪਰ ਦਿੱਲੀ ਇਹ ਗੱਲ ਨਾ ਭੁਲੇਖੇ 'ਚ ਰਹੇ ਕਿ ਸਾਨੂੰ ਮਸਲ ਦੂਗੀ। ਸਾਡਾ ਇਤਿਹਾਸ ਰਿਹਾ। ਮੈਂ ਤੁਹਾਡੇ ਚੈਨਲ ਦੇ ਰਾਹੀਂ ਇੱਕ ਗੱਲ ਫੇਰ ਇੱਥੇ ਦੱਸਣਾ ਚਾਹੁੰਦਾ ਕਿ ਸ਼ੰਭੂ ਬਾਰਡਰ ਤੇ ਧਰਨਾ ਕਿਉਂ ਲਾਇਆ। ਸ਼ੰਭੂ ਬਾਰਡਰ ਤੇ ਧਰਨਾ ਲਾਉਣ ਦਾ ਇੱਕ ਕਾਰਨ ਆ ਕਿ ਇਹ ਸ਼ੇਰ ਸ਼ਾਹ ਸੂਰੀ ਦੇ ਮਾਰਗ ਰਾਹੀਂ ਜਦੋਂ ਦਿੱਲੀ ਨੂੰ ਨਾ ਲੁੱਟ ਕੇ ਕਦੇ ਅਬਦਾਲੀ ਲੈ ਕੇ ਜਾਂਦਾ ਸੀਗਾ, ਕਦੇ ਗਜਨੀ ਲੈ ਕੇ ਜਾਂਦਾ ਸੀਗਾ, ਕਦੇ ਜਿਹੜੇ ਹੋਰ ਹਮਲਾਵਰ ਸੀ ਉਹ ਲੁੱਟ ਕੇ ਲੈ ਕੇ ਜਾਂਦੇ ਸੀ, ਅਸੀਂ ਤਾਂ ਇੱਥੋਂ ਕਦੇ ਲੰਘਣ ਉਹਨਾਂ ਨੂੰ ਨਹੀਂ ਦਿੱਤਾ। ਫਿਰ ਮੋਦੀ ਕਿਹੜੇ ਬਾਗ ਦੀ ਮੂਲੀ ਆ ਕਿ ਸਾਡੀਆਂ ਜ਼ਮੀਨਾਂ ਲੈ ਕੇ ਸ਼ੇਰ ਸ਼ਾਹ ਰਾਹੀਂ ਦਿੱਲੀ ਵੜ ਜਾਊਗਾ। ਸੋ ਮੋਦੀ ਨੂੰ ਇਤਿਹਾਸ ਤੋਂ ਵੀ ਇਹ ਸੇਧ ਲੈਣੀ ਚਾਹੀਦੀ ਆ ਕਿ ਪੰਜਾਬੀਆਂ ਨਾਲੋਂ ਪੰਗਾ ਨਾ ਲਵੇ। ਅਸੀਂ ਤਾਂ ਅਬਦਾਲੀ ਤੇ ਗਜਨੀ ਨਹੀਂ ਲੰਘਣ ਦਿੱਤੇ ਇੱਥੇ, ਤੂੰ ਸਾਡੀਆਂ ਜਿਹੜੀ ਜ਼ਮੀਨਾਂ ਜਿਹੜੀਆਂ ਹੜੱਪ ਕੇ ਦਿੱਲੀ ਕਿਵੇਂ ਚਲੇ ਜਾਏਗਾ। ਪੰਜਾਬੀ ਕਦੇ ਨਹੀਂ ਬਰਦਾਸ਼ਤ ਕਰੂਗਾ, ਕਿਉਂਕਿ ਹੁਣ ਤਾਂ ਸਾਡੀ ਇਹਨਾਂ ਨੇ ਹੋਂਦ ਨੂੰ ਨਾ ਸਾਨੂੰ ਖਤਮ ਕਰਨ ਲਈ ਅੱਡੀਆਂ ਦੇ ਭਾਰ ਹੋਏ ਨੇ। ਇਹ ਪੰਜਾਬ ਦੀ ਨੌਜਵਾਨੀ ਨੂੰ ਤੇ ਪੰਜਾਬੀਆਂ ਨੂੰ ਤੇ ਜਿਹੜੇ ਵਿਦੇਸ਼ਾਂ ਵਿੱਚ ਵੱਸਦੇ ਸਾਡੇ ਸਿੱਖ ਨੇ ਉਹਨਾਂ ਨੂੰ ਸੋਚਣਾ ਪੈਣਾ ਕਿ ਹੁਣ ਅਸੀਂ ਇਹਦਾ ਕਰਨਾ ਹੱਲ ਕੀ ਕਰਨਾ। ਕਿੰਨਾ ਚਿਰ ਤੱਕ ਅਸੀਂ ਆਪਣੇ ਪਿਓਾਂ ਦੀਆਂ ਦਾੜੀਆਂ ਪਟਾਈ ਜਾਵਾਂਗੇ, ਕਿੰਨਾ ਚਿਰ ਅਸੀਂ ਥਾਣਿਆਂ ਦੇ ਵਿੱਚ ਰੋਡਾਂ ਦੇ ਉੱਤੇ ਬੇਪਤ ਹੋਈ ਜਾਵਾਂਗੇ। ਸਾਡੀ ਜਲਾਲਤ ਭਰੀ ਜ਼ਿੰਦਗੀ ਅਸੀਂ ਕਰੀਏ ਤਾਂ ਕਰੀਏ ਕੀ, ਹੁਣ ਜਾਈਏ ਤਾਂ ਜਾਈਏ ਕਿੱਥੇ। ਜੇ ਸਾਡੇ ਨਾਲ ਦਰਦ ਹੁੰਦਾ 2006 ਦੇ ਵਿੱਚ ਸਵਾਮੀਨਾਥਨ ਕਮਿਸ਼ਨ ਨੇ ਰਿਪੋਰਟ ਸੌਂਪੀ ਇਹਨਾਂ ਨੂੰ, ਉਹ 2006 ਤੋਂ 20 ਆ ਗਿਆ, ਉਹ ਲਾਗੂ ਨਹੀਂ ਕਰ ਰਹੇ। ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਤੇ ਹਰਿਆਣੇ ਦੇ ਕਿਸਾਨਾਂ ਨੂੰ ਜਿਹੜਾ ਮਾਰਨੇ ਵਾਲਾ ਕਾਨੂੰਨ ਆ ਉਹ ਲਾਗੂ ਇਹਨਾਂ ਨੇ ਚੰਦ ਮਹੀਨਿਆਂ 'ਚ ਕਰ ਦਿੱਤਾ। ਅਗਲੀ ਰਣਨੀਤੀ ਕੀ ਹੋਏਗੀ ਹੁਣ ਸ਼੍ਰੋਮਣੀ ਅਕਾਲੀ ਦਲ ਮਾਨ ਦੀ? ਅਗਲੀ ਰਣਨੀਤੀ ਬਿਲਕੁਲ ਕਲੀਅਰ ਆ। ਅਸੀਂ ਦਿੱਲੀ ਨੂੰ ਵੀ ਜਾਵਾਂਗੇ, ਕੂਚ ਕਰਾਂਗੇ, ਪਾਰਲੀਮੈਂਟ ਹਾਊਸ ਦਾ ਘਿਰਾਓ ਕਰਾਂਗੇ, ਰਾਸ਼ਟਰਪਤੀ ਹਾਊਸ ਦਾ ਘਿਰਾਓ ਕਰਾਂਗੇ। ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਸ਼ੰਭੂ ਜਿਹੜਾ ਬਾਰਡਰ ਆ ਬਿਲਕੁਲ ਬੰਦ ਕਰ ਦੇਣਾ। ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਇੱਥੇ ਬਾਰਡਰ ਤੇ ਪਹੁੰਚ ਜਾਓ, ਬਿਲਕੁਲ ਬੰਦ ਕਰ ਦਿਓ। ਦਿੱਲੀ ਦਾ ਪਾਣੀ ਬੰਦ, ਦਿੱਲੀ ਦਾ ਖਾਣਾ ਬੰਦ, ਬਿਲਕੁਲ ਬੰਦ ਕਰ ਦਿਓ। ਬਾਈਕਾਟ ਕਰ ਦਿਓ ਦਿੱਲੀ ਦਾ। ਜਿੰਨਾ ਚਿਰ ਤੱਕ ਦਿੱਲੀ ਦਾ ਬਾਈਕਾਟ ਨਹੀਂ ਹੁੰਦਾ ਸਾਡੇ ਮਸਲੇ ਨਹੀਂ ਹੱਲ ਹੋਣੇ, ਕਿਉਂਕਿ ਦਿੱਲੀ ਨੂੰ ਹਜੇ ਇਹ ਸਾਨੂੰ ਸਿਖਾਉਣਾ ਪੈਣਾ ਕਿ ਪੰਜਾਬੀ ਜਿਉਂਦੇ ਨੇ, ਮਰੇ ਨਹੀਂ ਗਏ। ਬਿਨਾਂ ਬਾਈਕਾਟ ਤੋਂ, ਬਿਨਾਂ ਇਹ ਵੱਡਾ ਫੈਸਲਾ ਲਏ ਤੋਂ ਬਿਨਾਂ ਜਿਹੜੇ ਕਾਲੇ ਕਾਨੂੰਨੇ ਰੱਦ ਨਹੀਂ ਹੋਣੇ। ਇਹ ਸਾਨੂੰ 3 ਖੇਤੀ ਆਰਡੀਨੈਂਸ ਤੋਂ ਇਲਾਵਾ ਹੋਰ ਕਿਹੜੇ ਮਸਲੇ ਨੇ ਜਾਂ 3 ਖੇਤੀ ਆਰਡੀਨੈਂਸ ਨਹੀਂ ਸਪੈਸ਼ਲ ਜਿਹੜਾ ਮੋਰਚਾ ਉਹ ਲਾਇਆ ਗਿਆ? ਐਕਚੁਅਲ ਗੱਲ ਇਹ ਹੈ, ਇਹ ਜਿਹੜੇ 3 ਆਰਡੀਨੈਂਸ ਖੇਤੀ ਦੇ ਆਏ ਨੇ, ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਜਿਹੜਾ ਖੇਤੀ ਦੇ ਆਰਡੀਨੈਂਸ ਜਾਰੀ ਹੋਣ ਤੋਂ ਪਹਿਲਾਂ ਦੇਸ਼ ਦੀ ਆਰਥਿਕਤਾ ਸੀਗੀ, ਉਹ ਸਾਰੇ ਸੈਕਟਰਾਂ ਦੇ ਵਿੱਚ ਜਿਹੜੀ ਸਾਡੀ ਆਰਥਿਕਤਾ ਸੀਗੀ ਡਾਮਾਡੋਲ ਸੀਗੀ। GDP ਸਾਰੇ ਥੱਲੇ ਗਿਰ ਗਈ ਸੀਗੀ, ਮਾਈਨਸ ਦੇ ਵਿੱਚ 30 ਦੇ ਕਰੀਬ ਸੀਗੀ। ਪਰ ਖੇਤੀ ਜਿਹੜਾ ਸੈਕਟਰ ਸੀ ਉਹ ਗਰੋ ਕਰ ਰਿਹਾ ਸੀ। ਹੁਣ ਖੇਤੀ ਸੈਕਟਰ ਨੂੰ ਗਵਰਨਮੈਂਟ ਆਫ ਇੰਡੀਆ ਤਬਾਹ ਕਿਉਂ ਕਰਨਾ ਚਾਹੁੰਦੀ ਹੈ? ਐਕਚੁਅਲ ਜਿਹੜੀ ਹਿੰਦੂ ਹਕੂਮਤ ਹੈ ਦੇਸ਼ ਦੀ, ਉਹ ਚਾਹੁੰਦੀ ਹੈ ਵੀ ਖੇਤੀ ਸੈਕਟਰ ਨੂੰ ਤਬਾਹ ਕਰ ਦਈਏ। ਜਦੋਂ ਦੇਸ਼ ਦੀ ਆਰਥਿਕਤਾ ਸਾਰੇ ਪੱਖਾਂ ਤੋਂ ਤਬਾਹ ਹੋਊਗੀ, ਉਦੋਂ ਫਿਰ ਕੀ ਹੋਊਗਾ? ਦੇਸ਼ ਦੇ ਵਿੱਚ ਖਾਨਾ ਜੰਗੀ ਫੈਲੂਗੀ, ਆਪਸ ਵਿੱਚ ਹੀ ਰੋਟੀ ਦੇ ਸੰਸੇ ਹੋਣਗੇ, ਇੱਕ ਦੂਜੇ ਨਾਲ ਲੋਕ ਲੜਨਗੇ। ਫਿਰ ਇਹ ਦੇਸ਼ ਦੀ ਜਿਹੜੀ ਮਤਲਬ ਆਈਡੀਓਲੋਜੀ ਹੈ, ਹਿੰਦੂ ਆਈਡੀਓਲੋਜੀ, ਅੱਜ ਸੈਂਟਰ ਦੀ ਗਵਰਨਮੈਂਟ ਉਹ ਚਾਹੁੰਦੀ ਹੈ ਕਿ ਜਦੋਂ ਦੰਗੇ ਭੜਕਣ, ਖਾਨਾ ਜੰਗੀ ਫੈਲੇ, ਅਸੀਂ ਐਮਰਜੈਂਸੀ ਲਾ ਕੇ ਹਿੰਦੂ ਰਾਸ਼ਟਰ ਦਾ ਐਲਾਨ ਕਰ ਦਈਏ। ਅਸਲ ਇਹਨਾਂ ਦਾ ਮਕਸਦ ਖੇਤੀ ਨੂੰ ਤਬਾਹ ਕਰਨ ਦਾ ਇਹ ਹੈ ਵੀ ਇੱਕੋ ਸੈਕਟਰ ਸੀਗਾ ਖੇਤੀ ਸੈਕਟਰ, ਜਿਹੜਾ ਮਤਲਬ ਗਰੋ ਕਰ ਰਹੀ ਸੀ, ਜਿਹਦੀ GDP, ਉਹਨੂੰ ਵੀ ਹੁਣ ਇਹ ਤਬਾਹ ਕਰਨਾ ਚਾਹੁੰਦੀ ਹੈ। ਅਸੀਂ ਲੜਾਈ ਲੜ ਰਹੇ ਹਾਂ ਐਕਚੁਅਲ ਖੇਤੀ ਨੂੰ ਬਚਾਉਣ ਵਾਸਤੇ, ਪਰ ਸੈਂਟਰ ਦੀ ਸਰਕਾਰ ਖੇਤੀ ਨੂੰ ਤਬਾਹ ਕਰਨਾ ਚਾਹੁੰਦੀ ਹੈ। ਇਹ ਦੋਨੇ ਗੱਲਾਂ ਦੇ ਵਿੱਚ ਹੁਣ ਮਸਲਾ ਆ ਗਿਆ, ਇਹ ਵੀ ਸਾਨੂੰ ਆਪਣੀ ਹੋਂਦ ਵਾਸਤੇ ਲੜਨਾ ਪੈ ਰਿਹਾ ਹੈ। ਹੁਣ ਮਸਲਾ
ਰੋਜੀ ਰੋਟੀ ਦਾ ਨਹੀਂ ਰਿਹਾ। ਹੁਣ ਮਸਲਾ ਸਾਡੀ ਹੋਂਦ ਦੇ ਉੱਤੇ ਆ ਕੇ ਟਿਕ ਗਿਆ। ਹੁਣ ਇਹ ਲੜਾਈ ਸਾਡੀ ਹੋਂਦ ਨੂੰ ਬਚਾਉਣ ਵਾਲੀ। ਮੇਰਾ ਸਵਾਲ ਫਿਰ ਉਹੀ ਹੈ ਕਿ ਹੋਂਦ ਨੂੰ ਬਚਾਉਣ ਲਈ ਹੁਣ ਅਗਲੀ ਜਿਹੜੀ ਰਣਨੀਤੀ ਹੈ ਉਹ ਕੀ ਹੋਏਗੀ? ਰਣਨੀਤੀ ਦਾ ਦੇਖੋ ਪਤਾ ਕੀ ਗੱਲ ਹੈ ਜੀ, ਸਾਰੀਆਂ ਰਣਨੀਤੀਆਂ ਚੈਨਲ ਦੇ ਉੱਤੇ ਬੱਚੇ ਦੱਸਣੀਆਂ ਮੁਮਕਿਨ ਨਹੀਂ ਹੁੰਦੀਆਂ। ਵਜ੍ਹਾ ਇਹ ਹੈ ਕਿਸੇ ਵੀ ਮਤਲਬ ਮਿਸ਼ਨ ਦੀ ਕਾਮਯਾਬੀ ਵਾਸਤੇ ਕੁਛ ਨਾ ਕੁਛ ਸੀਕ੍ਰੇਸੀ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ। ਰਣਨੀਤੀ ਤਾਂ ਨਹੀਂ ਅਸੀਂ ਦੱਸ ਸਕਦੇ, ਪਰ ਇਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿੰਨਾ ਚਿਰ ਦਿੱਲੀ ਪੰਜਾਬ ਦੇ ਨਾਲ ਧੱਕਾ ਕਰਨੋਂ ਨਹੀਂ ਹਟਦੀ ਉਹਨਾਂ ਚਿਰ ਅਸੀਂ ਦਿੱਲੀ ਦੇ ਨਾਲ ਲੜਦੇ ਰਹਾਂਗੇ। ਜਾਂ ਤਾਂ ਦਿੱਲੀ ਸਾਡੇ ਹੱਕ ਦੇ ਦੇਵੇ ਜਾਂ ਸਾਨੂੰ ਮਾਰ ਦੇਵੇ। ਉਹਦੇ ਕੋਲ ਦੋ ਪਰ ਰਸਤੇ ਆ। ਇਤਿਹਾਸ ਗਵਾਹ ਰਿਹਾ ਹੈ ਕਿ ਧਰਨੇ ਤੇ ਮੁਜ਼ਾਹਰਿਆਂ ਦੇ ਨਾਲ ਕਦੇ ਹੱਕ ਨਹੀਂ ਮਿਲੇ। ਨਹੀਂ ਠੀਕ ਹੈ ਤੁਹਾਡੀ ਗੱਲ, ਪਰ ਬੇਸਿਕ ਸ਼ੁਰੂ ਦੇ ਵਿੱਚ ਸ਼ੁਰੂਆਤ ਇੱਥੇ ਹੁੰਦੀ ਆ। ਅਸੀਂ ਹਮਲਾਵਰ ਕਦੇ ਨਹੀਂ ਰਹੇ। ਜਿਹੜਾ ਸਾਡੇ ਤੇ ਹਮਲਾ ਕਰਨਾ ਹੈ ਅਸੀਂ ਤਾਂ ਹਮੇਸ਼ਾ ਡਿਫੈਂਸ 'ਚ ਰਹਿ ਕੇ ਉਹਦਾ ਜਵਾਬ ਦਵਾਂਗੇ। ਜਿੱਦਾਂ ਦੇ ਉਹ ਹਮਲੇ ਸਾਡੇ ਤੇ ਕਰਨਗੇ ਉਦਾਂ ਦਾ ਹੀ ਅਸੀਂ ਜਵਾਬ ਦਵਾਂਗੇ। ਮੈਂ ਇਸ ਗੱਲ ਦੇ ਉੱਤੇ ਤਾਂ ਕਰਕੇ ਕੋਈ ਉਦਾਂ ਦੀ ਗੱਲ ਨਹੀਂ ਕਰ ਰਿਹਾ। ਫਿਰ ਉਹ ਨੌਜਵਾਨਾਂ ਦੇ ਵਿੱਚ ਜਿਹੜਾ ਮੈਸੇਜ ਆ ਕੋਈ ਗਲਤ ਕਨਵੇ ਨਾ ਹੋ ਜਾਵੇ। ਪਰ ਅਸੀਂ ਹਰ ਪੱਖ ਤੋਂ ਤਿਆਰ ਹਾਂ। ਦਿੱਲੀ ਨੂੰ ਮੂੰਹ ਤੋੜਨਾ ਜਵਾਬ ਦੇਵਾਂਗੇ। ਸਾਰੀਆਂ ਰਣਨੀਤੀਆਂ ਦੱਸਣੀਆਂ ਤਾਂ ਸੰਭਵ ਨਹੀਂ, ਪਰ ਇਹ ਗੱਲ ਸਾਰਿਆਂ ਨੂੰ ਮੇਰੀ ਬੇਨਤੀ ਆ ਤੁਹਾਡੇ ਚੈਨਲ ਦੇ ਥਰੂ ਪੂਰੀ ਦੁਨੀਆ ਦੇ ਲੋਕ ਸਮਝ ਜਾਣ ਕਿ ਦਿੱਲੀ ਜਿੰਨਾ ਚਿਰ ਸਾਡੇ ਤੇ ਜ਼ੁਲਮ ਕਰੂਗੀ ਅਸੀਂ ਉਨਾ ਚਿਰ ਲੜਾਂਗੇ। ਜਿੰਨਾ ਚਿਰ ਦੁਨੀਆ ਦੇ ਪਲੇਟਫਾਰਮ ਤੇ ਇੱਕ ਵੀ ਪੰਜਾਬੀ ਬਚਦਾ ਹੈ ਦਿੱਲੀ ਦੇ ਜ਼ੁਲਮਾਂ ਦੇ ਖਿਲਾਫ ਲੜਦੇ ਆਂ, ਲੜਦੇ ਰਹੇ ਆਂ, ਲੜਦੇ ਰਹਾਂਗੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਹ ਮੋਰਚਾ ਲਗਾਇਆ ਗਿਆ ਹੈ। 24 ਘੰਟੇ ਜੋ ਇੱਥੇ ਡਿਊਟੀ ਦਿੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਤੁਸੀਂ 24 ਘੰਟੇ ਇੱਥੇ ਤੈਨਾਤ ਰਹਿੰਦੇ ਹੋ, ਲਗਾਤਾਰ ਇਸ ਮੋਰਚੇ ਦੀ ਜਿਹੜੀ ਅਗਵਾਈ ਹੈ ਉਹ ਕਰ ਰਹੇ ਹੋ, ਤੇ ਕੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਜਾਂ ਪ੍ਰਸ਼ਾਸਨ ਦੇ ਵੱਲੋਂ ਕੋਈ ਆਸ਼ਵਾਸਨ ਦਿੱਤਾ ਗਿਆ ਹੋਵੇ ਜਾਂ ਫਿਰ ਕੋਈ ਤੰਗ ਪਰੇਸ਼ਾਨ ਕੀਤਾ ਜਾਂਦਾ ਹੋਵੇ? ਸਾਰਿਆਂ ਨੂੰ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਮੋਰਚਾ ਉਰੇ ਲਾਇਆ ਕਿਸਾਨਾਂ ਦੇ ਹੱਕ ਵਿੱਚ, ਮਜ਼ਦੂਰਾਂ ਦੇ ਹੱਕ ਵਿੱਚ ਤੇ ਸਾਰੇ ਵਪਾਰੀ ਤੇ ਦੁਕਾਨਦਾਰ ਟਰਾਂਸਪੋਰਟਰਾਂ ਦੇ ਹੱਕ ਵਿੱਚ ਆ। ਇਹ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆਇਆ, ਇਹ ਅਸੀਂ ਗੁਲਾਮ ਹੋਣ ਦੇ ਨਾਤੇ ਇਹ ਸਾਡੇ ਨਾਲ ਇਸ ਤਰ੍ਹਾਂ ਹੀ ਕਰਦੇ ਹੁੰਦੇ ਨੇ ਜਿਹੜੇ ਗੁਲਾਮ ਹੁੰਦੇ ਨੇ। ਕਿਉਂਕਿ ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਵੀ ਕੌਮ ਗੁਲਾਮ ਹੁੰਦੀ ਆ ਉਹਨੂੰ ਇਸ ਤਰ੍ਹਾਂ ਹੀ ਕੁੱਟ ਕੇ ਮਾਰ ਕੇ ਜਲੀਲ ਕਰਕੇ ਉਹਦੇ ਸਾਰੇ ਹੱਕ ਹਕੂਕ ਖੋਏ ਜਾਂਦੇ ਨੇ। ਇਹ ਧਰਨਾ ਜਿਹੜਾ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਸਰਦਾਰ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ ਜਿਹੜੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਵਿੱਚ ਚੱਲਦਾ। ਸਾਡੀ ਇੱਕ ਡਿਊਟੀ ਲੱਗੀ ਆ ਔਰ ਇਹ ਸੇਵਾ ਨਿਭਾਉਣ ਦੀ ਅਸੀਂ ਸੇਵਾ ਨਿਭਾ ਰਹੇ ਹਾਂ। ਪਰ ਜਿਹੜਾ ਇਹ ਸਾਡਾ ਇਤਿਹਾਸ ਆ, ਜਦੋਂ ਪਹਿਲਾਂ ਅਸੀਂ ਸਾਰੇ ਮੁਜ਼ਾਹਰੇ ਹੁੰਦੇ ਸੀ, ਜਦੋਂ ਸਾਡਾ ਆਪਣਾ ਆਜ਼ਾਦ ਬਾਦਸ਼ਾਹੀ ਵਾਲਾ ਰਾਜ ਆਇਆ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 1710 ਤੋਂ ਬਾਅਦ ਆਪਣਾ ਰਾਜ ਕਾਇਮ ਕੀਤਾ ਤਾਂ ਸਾਨੂੰ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਬਣਾਇਆ ਗਿਆ ਤੇ ਉਹਨਾਂ ਤੋਂ ਬਾਅਦ ਜਿਹੜੇ ਦੁਕਾਨਦਾਰ ਨੇ ਦੁਕਾਨਾਂ ਦੇ ਮਾਲਕ ਬਣਾਇਆ ਗਿਆ, ਵਪਾਰਾਂ ਦੇ ਮਾਲਕ ਬਣਾਇਆ ਗਿਆ। ਇਹ ਫਿਰ ਸਾਡੇ ਪੂਰਾ ਹੀ ਪੰਜਾਬ ਤੇ ਸਾਰੀ ਸਿੱਖ ਕੌਮ ਪ੍ਰਫੁੱਲਤ ਹੋਈ, ਸਾਰੀਆਂ ਕੌਮਾਂ ਪ੍ਰਫੁੱਲਤ ਹੋਈਆਂ ਔਰ ਇਹ ਕੋਈ ਵੀ ਭੇਦ ਭਾਵ ਨਹੀਂ ਸੀ ਰਿਹਾ। ਫਿਰ ਇਹ ਰਾਜ ਮਿਸਲਾਂ ਵਿੱਚ ਆਇਆ, ਫਿਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਇਆ ਜੋ ਕਾਬਲ ਕੰਧਾਰ ਤੱਕ ਰਾਜ ਹੋਇਆ। ਪਰ ਜਦੋਂ ਸਾਡਾ ਰਾਜ 1849 ਦੇ ਵਿੱਚ ਚਲਿਆ ਗਿਆ, ਉਸ ਦਿਨ ਤੋਂ ਹੀ ਇਹ ਅੱਜ ਦੀ ਨੀਤੀ ਨਹੀਂ, ਇਹ ਉਸ ਦਿਨ ਤੋਂ ਹੀ ਘਾੜਤਾਂ ਘੜਨੀਆਂ ਸ਼ੁਰੂ ਹੋ ਗਈਆਂ ਸੀ ਵੀ ਕਿਸ ਤਰ੍ਹਾਂ ਨਾਲ ਸਿੱਖ ਕੌਮ ਨੂੰ ਦੱਬ ਕੇ ਹਿੰਦੂ ਰਾਸ਼ਟਰ ਦੀ ਜਿਹੜੀ ਆ ਤਿਆਰੀ ਕਰੀਏ, ਕਿਉਂਕਿ ਸਿੱਖ ਕੌਮ ਹੀ ਇਹੀ ਜੀ ਸੀਗੀ। ਤੁਹਾਡੀ ਲੜਾਈ ਖੇਤੀ ਕਾਨੂੰਨਾਂ ਦੇ ਖਿਲਾਫ ਹੈ ਜਾਂ ਫਿਰ ਹਿੰਦੂ ਰਾਸ਼ਟਰ ਦੇ ਖਿਲਾਫ ਹੈ? ਦੋਨਾਂ ਦੇ ਖਿਲਾਫ ਹੈ ਜੀ। ਇਹ ਜੇ ਆਪਾਂ ਜੜ ਫੜਾਂਗੇ ਤਾਂ ਪਤਾ ਲੱਗੂਗਾ। ਇੱਕ ਕੁੱਤਾ ਹੁੰਦਾ, ਉਹ ਜੇ ਆਪਾਂ ਰੋੜੀ ਮਾਰੀਏ ਤਾਂ ਕੁੱਤਾ ਰੋੜੀ ਵੱਲ ਨੂੰ ਭੱਜਦਾ। ਜਿਹੜਾ ਸ਼ੇਰ ਹੁੰਦਾ ਉਹ ਦੇਖਦਾ ਵੀ ਰੋੜੇ ਮਾਰਨ ਵਾਲਾ ਹੱਥ ਕਿਹੜਾ। ਇਹ ਅਸੀਂ ਉਹ ਦੱਸਦੇ ਹਾਂ ਤੁਹਾਨੂੰ ਵੀ ਜਿਹੜਾ ਇਹ ਹੱਥ ਹੈ ਹਿੰਦੂਤਵ ਦਾ, ਹਿੰਦੂਤਵ ਆਪਣਾ ਜਿਹੜਾ ਏਜੰਡਾ ਲਾਗੂ ਕਰਨਾ ਚਾਹੁੰਦੀ ਹੈ ਹਿੰਦੂ ਰਾਸ਼ਟਰ ਦਾ, ਉਹ ਸਾਰਿਆਂ ਨੂੰ ਪਤਾ। ਉਹ ਤਾਂ ਹੀ ਲਾਗੂ ਹੋਊਗਾ ਜੇ ਸਾਨੂੰ ਉਹ ਗੁਲਾਮ ਬਣਾ ਕੇ ਸਾਰੇ ਪੱਖੋਂ ਕਮਜ਼ੋਰ ਕਰਕੇ ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਣਗੇ। ਕਿਉਂਕਿ ਇੱਕ ਖੇਤੀ ਹੀ ਇੱਥੇ ਦਾ ਹੈਗਾ ਸੀਗਾ ਜਿਹੜਾ ਆਰਥਿਕ ਪੱਖੋਂ ਸਾਨੂੰ ਖੁਸ਼ਹਾਲ ਕਰਦਾ ਸੀ। ਖੇਤੀ ਨੂੰ ਹੀ ਅੱਜ ਉਹਨਾਂ ਨੇ ਇਹੋ ਜਿਹੇ ਕਾਲੇ ਕਾਨੂੰਨ ਬਣਾ ਕੇ ਆਲੇ ਦੁਆਲੇ ਰੋਕਾਂ ਲਾਤੀਆਂ, ਕਿਉਂਕਿ ਅਸੀਂ ਗਰੀਬ ਹੋਵਾਂਗੇ। ਪਹਿਲਾਂ ਵੀ ਗਰੀਬ ਆ, ਖੁਦਕੁਸ਼ੀਆਂ ਚੱਲਦੀਆਂ ਨੇ ਤੇ ਹੋਰ ਵੀ ਅੱਗੋਂ ਉਹ ਸਾਨੂੰ ਉਹ ਕਰ ਰਹੇ ਨੇ। ਇਸ ਦੀ ਆੜ ਦੇ ਵਿੱਚ ਜੋ ਹਿੰਦੂ ਰਾਸ਼ਟਰ ਦਾ ਮੋਹਨ ਭਾਗਵਤ ਨੇ ਇੱਕ 16 ਸਫ਼ਿਆਂ ਦਾ ਇੱਕ ਸੰਵਿਧਾਨ ਨਵਾਂ ਲਿਖਿਆ ਭਾਰਤ ਦਾ, ਉਹ 21 ਮਾਰਚ 2020 ਨੂੰ ਉਹਨਾਂ ਨੇ ਆਪਣੀ ਤਰਫੋਂ ਲਾਗੂ ਕਰਤਾ।
ਯੂਪੀ ਦੇ ਵਿੱਚ ਉਹ ਕਾਲਾ ਕਾਨੂੰਨ ਤੁਹਾਡੇ ਸਾਹਮਣੇ ਬਣ ਗਿਆ। ਇੱਕ ਛੋਟੀ ਜਿਹੀ ਧੀ ਨਾਲ ਰੇਪ ਹੁੰਦਾ, ਫਿਰ ਉਹਦੀ ਜ਼ਬਰਦਸਤੀ ਰੀੜ੍ਹ ਦੀ ਹੱਡੀ ਤੋੜੀ ਜਾਂਦੀ ਆ, ਫਿਰ ਉਹਦੀ ਜ਼ੁਬਾਨ ਕੱਟ ਲਈ ਜਾਂਦੀ ਆ, ਫਿਰ ਉਹਨੂੰ ਰਾਤ ਨੂੰ ਜਿਹੜਾ ਪੁਲਿਸ ਪ੍ਰਸ਼ਾਸਨ ਉਹਦਾ ਰਾਤ ਨੂੰ ਸੰਸਕਾਰ ਕਰਦਾ, ਕਿਉਂਕਿ ਉਹ ਸ਼ੁਰੂਆਤ ਹੋ ਗਈ ਆ। ਫਿਰ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਭਾਸ਼ਾ ਖਤਮ ਕਰਤੀ। ਯਾਨੀ ਤੁਹਾਡਾ ਇਹ ਹੈ ਕਿ ਕੇਂਦਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਜਿਹੜੀਆਂ ਸਮਾਜ ਦੇ ਖਿਲਾਫ ਨੇ, ਮਨੁੱਖੀ ਅਧਿਕਾਰਾਂ ਦੇ ਖਿਲਾਫ ਨੇ, ਉਹਨਾਂ ਸਾਰੀਆਂ ਨੀਤੀਆਂ ਦੇ ਖਿਲਾਫ ਤੁਹਾਡੀ ਲੜਾਈ ਹੈ। ਤੇ ਮੈਂ ਲਗਾਤਾਰ ਵੇਖ ਰਹੀ ਹਾਂ ਕਿ ਇੱਥੇ ਲੰਗਰ ਜਿਹੜਾ ਹੈ ਉਹ ਚਲਾਇਆ ਜਾ ਰਿਹਾ ਹੈ। ਲੰਗਰ ਕਿਹਦੀ ਮਦਦ ਨਾਲ ਤੇ ਕੀ ਜਿਹੜੇ ਸੋਰਸਸ ਨੇ ਕਿਹਦੇ ਰਾਹੀਂ ਚਲਾਇਆ ਜਾ ਰਿਹਾ? ਜਿਹੜਾ ਲੰਗਰ ਚੱਲਦਾ ਜੀ, ਇਹ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਹੈਗਾ ਫਲਸਫਾ। ਗੁਰੂ ਨਾਨਕ ਸਾਹਿਬ ਜੀ ਨੇ ਲੰਗਰ 20 ਰੁਪਈਆਂ ਦਾ ਚਲਾਇਆ ਤੇ ਉਹ ਚੱਲਦਾ ਹੀ ਆ ਰਿਹਾ। ਇਹ ਲੰਗਰ ਨੇੜੇ ਨੇੜੇ ਪਿੰਡਾਂ ਦੇ ਕਾਰਸੇ ਵਾਲੇ ਬਾਬੇ ਤੇ ਕੱਲ ਤੋਂ ਖਾਲਸਾ ਏਡ ਵੀ ਲਿਆ ਰਹੀ ਆ। ਤੇ ਹੋਰ ਵੀ ਜਿਹੜੇ ਪਿੰਡਾਂ ਦੇ ਲੋਕ ਨੇ, ਕੋਈ ਦੁੱਧ ਲਿਆਉਂਦਾ ਵਿਚਾਰਾ, ਕੋਈ ਲੱਸੀ ਲਿਆਉਂਦਾ, ਕੋਈ ਚਾਹ ਲਿਆਉਂਦਾ, ਕੋਈ ਪ੍ਰਸ਼ਾਦਾ ਲਿਆਉਂਦਾ। ਇਹ ਸਾਰਾ ਹੀ ਸੰਗਤ ਦੇ ਸਹਿਯੋਗ ਦੇ ਨਾਲ ਚੱਲ ਰਿਹਾ। ਜੀ ਬਹੁਤ ਬਹੁਤ ਸ਼ੁਕਰੀਆ। ਇਹ ਸੀ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਆਗੂ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ, ਜਿਨ੍ਹਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਕੇਂਦਰ ਦੇ ਖੇਤੀ ਵਿਰੁੱਧ ਆਰਡੀਨੈਂਸ ਜਿਹੜੇ ਨੇ ਉਹ ਵਾਪਸ ਨਹੀਂ ਲਏ ਜਾਂਦੇ ਜਾਂ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਇਹ ਮੋਰਚਾ ਇੱਥੇ ਰਹੇਗਾ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਤੱਕ ਵੀ ਕੂਚ ਕੀਤਾ ਜਾਵੇ। ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਅੱਜ ਦੀ ਗੱਲ ਲੈ ਕੇ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।